ਉਹੀ ਗੱਲ ਆ ਵੀ ਸਾਡੀ ਸਰਕਾਰ ਬਾਂਹ ਨਹੀਂ ਫੜਦੀ। ਜੇ ਉਹ ਸਰਕਾਰ ਸਾਡੀ ਥੋੜ੍ਹੀ ਜਿਹੀ ਬਾਂਹ ਫੜੇ ਸਾਨੂੰ ਉਹਦਾ ਕੋਈ ਜਿਸ ਤਰ੍ਹਾਂ ਪਿਛਲੇ ਕੈਪਟਨ ਸਰਕਾਰ ਨੇ 6000 ਰੁਪਈਆ ਦੇਣ ਦੀ ਮੰਗ ਅਸੀਂ ਕੀਤੀ ਸੀ ਤੇ ਉਹਨਾਂ ਨੇ 6000 ਕਿਹਾ ਤਾਂ ਅਸੀਂ ਵੀ ਦੇਵਾਂਗੇ। ਉਹ ਕਿਸੇ ਨੂੰ 6000 ਨਹੀਂ ਮਿਲਿਆ। ਅੱਗ ਲਾਉਣ ਵਾਲਾ ਕਈਆਂ ਨੂੰ ਮਿਲ ਗਿਆ। ਅਸੀਂ ਇਹ ਗੱਲ ਕਹਾਂਗੇ ਕਈਆਂ ਨੂੰ ਅੱਗ ਲਾਉਣ ਵਾਲਿਆਂ ਨੂੰ ਮਿਲ ਗਿਆ, ਜਿਸ ਤਰ੍ਹਾਂ ਪਹਿਲਾਂ ਕਹਿ ਕੇ ਵੀ ਵੱਡੇ ਲੋਕਾਂ ਦੇ ਜਿਨ੍ਹਾਂ ਦੀ ਕੋਈ ਮੰਤਰੀ ਸ਼ੰਤਰੀ ਨਾਲ ਸਹਿ ਆ। ਇਹ ਜਿਹੜੇ ਆ ਸਾਨੂੰ ਦਿੰਦੇ ਆ ਸਬਸਿਡੀਆਂ, ਤੇ ਸਬਸਿਡੀ ਸਾਡੀ ਪਹਿਲਾਂ ਹੀ ਉਹ ਮੁੱਲ ਦੇ ਵਿੱਚ ਲਾਉਂਦੇ। ਜਿਹੜੀ 35000 ਦੀ ਚੀਜ਼ ਉਹ 75000 ਦੀ ਸਾਨੂੰ ਮਿਲਦੀ ਆ। ਇਸ ਕਰਕੇ ਸਾਡੀ ਬੇਨਤੀ ਆ ਵੀ ਸਾਨੂੰ ਸਬਸਿਡੀ ਦੇ ਥਾਂ ਸਾਨੂੰ ਉਹ ਸੰਦ ਜਿਹੜਾ ਸਸਤਾ ਦਿੱਤਾ ਜਾਵੇ। ਪੰਜਾਬ 'ਚ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਸਾੜਨ ਦੀ ਸਮੱਸਿਆ ਕਾਫੀ ਗੁੰਝਲਦਾਰ ਹੈ। ਕਿਹਾ ਜਾਂਦਾ ਹੈ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਦਾ ਨੁਕਸਾਨ ਤਾਂ ਹੁੰਦਾ ਹੀ ਹੈ, ਨਾਲ ਹੀ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਇਸ ਨਾਲ ਹੁੰਦੇ ਪ੍ਰਦੂਸ਼ਣ ਨਾਲ ਕਈ ਹੋਰ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਨੇ, ਜਿਸ ਲਈ ਸਿਰਫ ਤੇ ਸਿਰਫ ਕਿਸਾਨ ਨੂੰ ਹੀ ਜ਼ਿੰਮੇਵਾਰ ਸਮਝਿਆ ਜਾਂਦਾ ਹੈ। ਸੋ ਕੋਈ ਕਹਿੰਦਾ ਹੈ ਕਿ ਕਿਸਾਨਾਂ ਨੂੰ ਪਰਾਲੀ ਨਹੀਂ ਸਾੜਨੀ ਚਾਹੀਦੀ, ਤੇ ਕਈ ਕਿਸਾਨ ਅਜਿਹੇ ਵੀ ਨੇ ਜਿਹੜੇ ਕਈ ਸਾਲਾਂ ਤੋਂ ਪਰਾਲੀ ਨਹੀਂ ਸਾੜ ਰਹੇ। ਇਸ ਮਾਮਲੇ 'ਚ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਬਹੁਤ ਅਹਿਮ ਜਾਣਕਾਰੀ ਸਾਂਝੀ ਕੀਤੀ। ਕੀ ਕਿਹਾ ਉਹਨਾਂ ਨੇ, ਤੁਸੀਂ ਵੀ ਸੁਣੋ। ਪਹਿਲੀ ਗੱਲ ਤੇ ਮੈਂ ਇੱਕ ਪਹਿਲੋਂ ਤੁਹਾਡੇ ਨਾਲ ਗੱਲ ਕਰਨਾ ਵੀ ਜਿਹਦੇ ਵਾਸਤੇ ਸਰਕਾਰਾਂ ਜਿਹੜਾ ਪ੍ਰਦੂਸ਼ਣ ਵਾਸਤੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਨੇ, ਕਿਸਾਨ ਜ਼ਿੰਮੇਵਾਰ ਨਹੀਂ ਗੇ। ਅਗਰ ਜੇ ਸਰਕਾਰਾਂ ਸਿੰਸੀਅਰ ਹੋ ਕੇ ਕਿਸਾਨਾਂ ਦੀ ਬਾਂਹ ਫੜਨ ਤੇ ਬਿਲਕੁਲੋਂ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ, ਉਹਨਾਂ ਦੀ ਬਕਾਇਦਾ ਇਹਨਾਂ ਨੂੰ ਬਾਂਹ ਫੜਨੀ ਚਾਹੀਦੀ ਆ ਤੇ ਉਹਨਾਂ ਵਾਸਤੇ ਜਿਹੜਾ ਵਾ ਪਰਾਲੀ ਨੂੰ ਸੰਭਾਲਣ ਲਈ ਪ੍ਰਬੰਧ ਕਰਨੇ ਚਾਹੀਦੇ ਆ। ਔਰ ਗੱਲ ਦੂਜੇ ਬੰਨੇ ਆਈਏ, ਪਰਾਲੀ ਨੂੰ ਅੱਗ ਨਾ ਲਾਉਣ ਵਾਸਤੇ ਸਰਕਾਰਾਂ ਕਦੇ ਵੀ ਜਿਹੜਾ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਦੀ ਵੀ ਕਦੀ ਬਾਂਹ ਨਹੀਂ ਫੜੀ। ਮੈਂ ਇੱਥੇ ਗੱਲ ਕਰਾਂ ਵੀ ਮੈਂ ਛੋਟਾ ਕਿਸਾਨ ਆ, 5 ਏਕੜ ਜ਼ਮੀਨ ਦਾ ਮੈਂ ਮਾਲਕ ਆ, ਜਿਹਦੇ ਵਿੱਚ ਮੈਂ ਝੋਨੇ ਦੀ ਖੇਤੀ ਕਰਦਾ ਤੇ ਘੱਟ ਤੋਂ ਘੱਟ 18-20 ਸਾਲ ਤੋਂ ਮੈਂ ਜਿਹੜਾ ਵਾ ਆਪਣੇ ਖੇਤਾਂ 'ਚ ਪਰਾਲੀ ਨੂੰ ਅੱਗ ਜਿਹੜੀ ਆ ਨਹੀਂ ਲਗਾ ਰਿਹਾ। ਪਰਾਲੀ ਦਾ ਜਿਹੜਾ ਫੂਸ ਆ ਵੱਜਦਾ ਕੰਬਾਈਨ ਦੇ ਕੱਟਣ ਤੋਂ ਬਾਅਦ ਉਹਨੂੰ ਮੈਂ ਚੁੱਕ ਕੇ ਤੇ ਪੈਲੀ ਦੇ ਵਿੱਚ ਮੇਰਾ ਖਰਚਾ ਤਾਂ ਬਹੁਤ ਆਉਂਦਾ। ਮੈਂ ਛੋਟਾ ਕਿਸਾਨ ਆ, ਪਰ ਫਿਰ ਵੀ ਮੈਂ ਜਿਹੜਾ ਵਾ ਉਹਨੂੰ ਵਿੱਚ ਗਾਲ ਕੇ ਤੇ ਕਣਕ ਦੀ ਮੈਂ ਜਿਹੜੀ ਆ ਉਹ ਖੇਤੀ ਕਰਦਾ ਵਾਂ। ਜੇ ਮੈਂ ਸਬਜ਼ੀ ਦੀ ਖੇਤੀ ਕਰਾਂ ਤੇ ਫਿਰ ਮੇਰੇ ਕੋਲ ਖਰਚਾ ਝੱਲਿਆ ਨਾ ਜਾਵੇ। ਕਣਕ ਦੀ ਖੇਤੀ ਕਰਨ ਕਰਕੇ ਮੈਂ ਇਹਨੂੰ ਬਿਨਾਂ ਅੱਗ ਲਗਾਏ ਜਿਹੜਾ ਵਾ ਇਹ ਆਪਣੀ ਮੈਂ ਕਣਕ ਦੀ ਬਿਜਾਈ ਕਰਦਾ ਤੇ ਪਰਾਲੀ ਦੀ ਸੰਭਾਲ ਕਰਦਾ, ਉਹਨੂੰ ਬਾਹਰ ਕੱਢ ਕੇ ਤੇ ਉਹਨੂੰ ਮੈਂ ਕਿਸੇ ਵੀ ਚੀਜ਼ ਵਾਸਤੇ ਵਰਤ ਲਵਾਂ, ਉਹਨੂੰ ਵਰਤ ਲਾਂ, ਚਾਹੇ ਉਹਨੂੰ ਗੋਬਰ ਦੇ ਵਿੱਚ ਬਦਲ ਲਵਾਂ, ਚਾਹੇ ਕੁਛ ਕਰਾਂ। ਪਰ ਦੁੱਖ ਦੀ ਗੱਲ ਇਹ ਆ ਵੀ ਅੱਜ ਤੱਕ ਸਰਕਾਰ ਨੇ ਕਦੇ ਵੀ ਜਿਹੜਾ ਵਾ ਮੈਨੂੰ ਇਹ ਪੁੱਛਿਆ ਤੱਕ ਨਹੀਂਗਾ, ਮੇਰੇ ਖੇਤਾਂ ਤੱਕ ਨਹੀਂ ਗੇੜਾ ਮਾਰਿਆ। ਇੱਥੋਂ ਤੱਕ ਕਿ ਮੈਂ ਆਪਣੇ ਖੇਤਾਂ ਦੇ ਵਿੱਚ ਬੀਜੀ ਹੋਈ ਝੋਨੇ ਦੀ ਫਸਲ ਨੂੰ, ਕਣਕ ਦੀ ਫਸਲ ਨੂੰ ਮੈਂ ਸਵਾਏ ਯੂਰੀਆ ਖਾਦ ਤੋਂ ਕੋਈ ਵੀ ਕੀਟਨਾਸ਼ਕ ਜਿਹੜੀ ਆ ਦਵਾਈ ਦੀ ਸਪਰੇਅ ਨਹੀਂ ਕਰਦਾ। ਪਰ ਸਰਕਾਰ ਨੇ ਕਦੀ ਵੀ ਬਾਂਹ ਨਹੀਂ ਕਰੀ। ਬੜਾ ਦੁੱਖ ਹੁੰਦਾ। ਪਿਛਲੀ ਵਾਰ ਮੈਂ 2 ਏਕੜ ਜਿਹੜੀ ਆ ਬਾਸਮਤੀ 11-21 ਦੀ ਜਿਹੜੀ ਆ ਉਹ ਬਿਜਾਈ ਕੀਤੀ, ਤਾਂ ਮੈਂ ਖੇਤੀਬਾੜੀ ਵਾਲਿਆਂ ਨਾਲ ਵੀ ਗੱਲ ਕੀਤੀ। ਇੱਕ ਸ਼ੈਲਰ ਆ ਸਾਡੇ ਇੱਥੇ ਅਮਰ ਸਿੰਘ ਚਾਵਲਾਂ ਵਾਲਾ, ਉਹਨਾਂ ਨੂੰ ਮੈਂ ਸੈਂਪਲ ਵੀ ਦੇ ਕੇ ਆਇਆ ਤੇ ਲੇਕਿਨ ਨਾ ਤਾਂ ਮੇਰੀ ਖੇਤੀਬਾੜੀ ਵਾਲਿਆਂ ਗੱਲ ਸੁਣੀ, ਨਾ ਉਹਨਾਂ ਸੁਣੀ। ਅਖੀਰ ਮੈਨੂੰ ਮੰਡੀ ਦੇ ਵਿੱਚ ਜਿਹੜਾ ਵਾ ਉਹ ਬਿਨਾਂ ਰੇ ਸਪਰੇਅ ਤੋਂ ਜਿਹੜੀ ਆ ਬਿਜਾਈ ਕੀਤੀ ਹੋਈ ਬਾਸਮਤੀ ਦੀ ਫਸਲ ਆ, ਕੌਡੀਆਂ ਦੇ ਭਾਅ ਜਿਸ ਤਰ੍ਹਾਂ ਜ਼ਹਿਰਾਂ ਵਾਲੀ ਖੇਤੀ ਉਸ ਤਰ੍ਹਾਂ ਵੇਚਣੀ ਪਈ। ਇਹਦੇ ਵਾਸਤੇ ਫਿਰ ਜ਼ਿੰਮੇਵਾਰ ਜਿਹੜੀਆਂ ਸਰਕਾਰਾਂ ਬਣਦੀਆਂ, ਕਿਉਂਕਿ ਜਦੋਂ ਜੇ ਕਿਸਾਨ ਚਾਹੁੰਦਾ ਵਾ ਵੀ ਉਹ ਮੈਂ ਜ਼ਹਿਰਾਂ ਦੀ ਵਰਤੋਂ ਨਾ ਕਰਾਂ, ਪਰਾਲੀ ਨੂੰ ਅੱਗ ਨਾ ਲਾਵਾਂ, ਕਿਸਾਨ ਮੈਂ ਛੋਟਾ ਵਾਂ, ਤਾਂ ਉਹਦੇ ਵਾਸਤੇ ਮੈਂ ਸੰਦਾਂ ਦੀ ਖਰੀਦ ਜਿਹੜੀ ਮੇਰੇ ਤੋਂ ਬਾਹਰ ਆ। ਤੇ ਮੇਰੀ ਬਾਂਹ ਅੱਜ ਤੱਕ ਨਹੀਂ ਵੀ ਕਿਸੇ ਆਪਣਾ ਖੇਤੀਬਾੜੀ ਅਫਸਰ ਨੇ, ਕਿਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਤੱਕ ਕਿਤੇ ਮੇਰੀ ਆਵਾਜ਼ ਹੀ ਨਹੀਂ ਪੁੱਛੀ। ਮੈਨੂੰ ਇਹ ਨਹੀਂ ਪੁੱਛਿਆ ਵੀ ਤੂੰ ਅੱਗ ਨਹੀਂ ਲਾਉਂਦਾ, ਯਾਰ ਤੇਰੀ ਕੀ ਮਦਦ ਕਰ ਸਕੀਏ। ਜਿੱਥੇ ਸਿਆਸੀ ਪਹੁੰਚ ਵਾਲੇ ਬੰਦੇ ਆ, ਚਾਹੇ ਉਹ ਅੱਗ ਵੀ ਲਾਉਂਦੇ ਹੋਣ, ਚਾਹੇ ਉਹ ਰੇਹਾਂ ਸਪਰੇਆਂ ਵਰਤਦੇ ਹੋਣ, ਉਹਨਾਂ ਦੀਆਂ ਫੋਟੋਆਂ ਅਖਬਾਰਾਂ 'ਚ, ਉਹਨਾਂ ਦੇ ਪ੍ਰਸ਼ਾਸਨ ਜਾ ਕੇ ਜਿਹੜਾ ਵਾ ਪੂਰੀ ਬਾਂਹ ਫੜਦਾ, ਉਹਨਾਂ ਦੀ ਗੱਲ ਸੁਣਦਾ, ਉਹਨਾਂ ਨੂੰ ਹਰ ਇੱਕ ਮਦਦ ਵੀ ਕਰਦਾ। ਪਰ ਇਹ ਸਰਕਾਰਾਂ ਅਣਗੌਲਿਆਂ ਕਰਦੀਆਂ। ਜਿਹੜਾ ਆਪਣੇ ਸਿਰ 'ਤੇ ਇਸ ਚੀਜ਼ ਨੂੰ ਜਿਹੜਾ ਕਰਦਾ ਵਾ ਵੀ ਵਾਤਾਵਰਨ ਦੀ ਸੰਭਾਲ ਕਰਦਾ, ਆਪਣੀ ਵੀ ਮਿੱਟੀ ਦੀ ਸੰਭਾਲ ਕਰਦਾ ਵਾ, ਉਹਦੀ ਬਿਲਕੁਲੋਂ ਬਾਂਹ ਫੜਨ ਨੂੰ ਤਿਆਰ ਨਹੀਂ ਗੇ। ਇਹਦੇ ਵਾਸਤੇ ਸਰਕਾਰਾਂ ਜ਼ਿੰਮੇਵਾਰ ਆ। ਫਿਰ ਮਰਦਾ ਕੀ ਨਹੀਂ ਕਰਦਾ, ਫਿਰ ਅੱਗ ਹੀ ਲਾਊ ਕਿਸਾਨ ਕੀ ਕਰੂਗਾ ਜਦੋਂ ਉਹਦੀ ਓਨੀ ਖੇਤੀ ਆ ਤੇ ਉਹ ਪਰਾਲੀ ਨੂੰ ਸੰਭਾਲਣ ਦੇ ਉੱਤੇ ਖਰਚਾ ਆ ਜਾਂਦਾ। ਸਰਕਾਰਾਂ ਨੂੰ ਚਾਹੀਦਾ ਵਾ ਵੀ ਤੁਸੀਂ ਆ ਗੱਠਾ ਬੰਨਣ ਵਾਲੀਆਂ ਜਿਹੜੀਆਂ ਸਭ ਤੋਂ ਸੌਖਾ ਤਰੀਕਾ ਵਾ, ਕਿਸਾਨ ਝੋਨੇ ਦੀ ਕਟਾਈ ਕਰਦਾ, ਤੁਸੀਂ ਆਪਣੀਆਂ ਪਿੰਡ ਉਪਲਬਧ ਕਰਵਾਓ ਮਸ਼ੀਨਾਂ, ਤੇ ਉਹ ਗੱਠਾਂ ਬੰਨ੍ਹ ਕੇ ਤੇ ਆਪਣੀਆਂ ਚੁੱਕ ਕੇ ਤੇ ਲੈ ਜਾਣ, ਕਿਸਾਨ ਦੀ ਪੈਲੀ ਵੇਲੀ ਕਰ ਦੇਣ। ਛੋਟਾ ਕਿਸਾਨ ਆਪਣੀ ਪੈਲੀ ਵਾਵੇ
ਤੇ ਉਹਦੇ ਵਿੱਚ ਆਪਣੀ ਅਗਲੀ ਫਸਲ ਦੀ ਜਿਹੜੀ ਬਿਜਾਈ ਕਰ ਲਵੇ, ਸੌਖਾ ਤਰੀਕਾ ਸਭ ਤੋਂ ਆ। ਪਰ ਸਰਕਾਰ ਜਿਹੜੀ ਡੰਡੇ ਦੇ ਜ਼ੋਰ ਦੇ ਨਾਲ ਕਹਿੰਦੀ ਵੀ ਕਿਸਾਨ ਨੂੰ ਅੱਗ ਲਾਉਣ ਤੋਂ ਰੋਕਣਾ, ਪਰਾਲੀ ਨਹੀਂ ਸਾੜਨ ਦੇਣੀ, ਐਵੇਂ ਕਦੀ ਵੀ ਜਿਹੜਾ ਪਰਾਲੀ ਨੂੰ ਅੱਗ ਲਾਉਣ ਤੋਂ ਨਹੀਂ ਰੋਕਿਆ ਜਾ ਸਕਦਾ। ਸਰਕਾਰਾਂ ਇਹਦੇ ਵਾਸਤੇ ਜ਼ਿੰਮੇਵਾਰ ਆ। ਜਿੰਨਾ ਚਿਰ ਛੋਟੇ ਕਿਸਾਨਾਂ ਦੀ, ਦਰਮਿਆਨੇ ਕਿਸਾਨਾਂ ਦੀ ਸਰਕਾਰ ਨਾ ਬਾਂਹ ਫੜੂਗੀ, ਕਿਸਾਨ ਮਜਬੂਰੀ ਵਸ ਜਿਹੜਾ ਪਰਾਲੀ ਨੂੰ ਅੱਗ ਲਾਉਣਗੇ। ਉਹਦੇ ਵਾਸਤੇ ਜ਼ਿੰਮੇਵਾਰ ਜਿਹੜੀਆਂ ਵਾ, ਪ੍ਰਦੂਸ਼ਣ ਵਾਸਤੇ ਜ਼ਿੰਮੇਵਾਰ ਜਿਹੜੀਆਂ ਸਰਕਾਰਾਂ ਨੇ। ਔਰ ਰਹੀ ਗੱਲ ਅਗਲੀ ਜਿਹੜਾ ਪ੍ਰਦੂਸ਼ਣ ਦੀ ਗੱਲ ਕਰਦੀਆਂ ਵਾ, ਇਹਦੇ ਨਾਲ 5-6% ਤੋਂ ਵੱਧ ਪ੍ਰਦੂਸ਼ਣ ਪਰਾਲੀ ਦੇ ਨਾਲ ਹੁੰਦਾ ਹੀ ਨਹੀਂਗਾ। ਬਹੁਤ ਵੱਡੀ ਪੱਧਰ ਤੇ ਜਿਹੜਾ ਵਾ ਪ੍ਰਦੂਸ਼ਣ ਜਿਹੜਾ ਵਾ ਉਹ ਫੈਕਟਰੀਆਂ ਦੇ ਨਾਲ ਹੁੰਦਾ ਵਾ, ਹੋਰ ਗੱਡੀਆਂ ਦੇ ਨਾਲ, ਹੋਰ ਇੰਨੀਆਂ ਕੁ ਚੀਜ਼ਾਂ ਜਿਨ੍ਹਾਂ ਦੇ ਨਾਲ ਵੱਡੇ ਪੱਧਰ ਤੇ ਪ੍ਰਦੂਸ਼ਣ ਫੈਲਦਾ। ਪਰ ਉਹਨਾਂ ਵਾਸਤੇ ਸਰਕਾਰ ਕਦੇ ਵੀ ਨਾ ਬਿਆਨ ਦਿੰਦੀ ਨਾ ਰੋਕਦੀ ਆ। ਸਿਰਫ ਕਿਸਾਨਾਂ ਦੇ ਉੱਤੇ ਡੰਡਾ, ਕਿਉਂਕਿ ਖੇਤੀਬਾੜੀ ਕਿਸਾਨੀ ਕਿੱਤੇ ਨੂੰ ਜਿਹੜਾ ਫੇਲ ਕਰਨ ਵਾਸਤੇ ਸਰਕਾਰਾਂ ਦਾ ਜ਼ੋਰ ਚੜਿਆ ਵਾ। ਇਸ ਕਰਕੇ ਮੇਰੀ ਫੇਰ ਅਪੀਲ ਆ ਸਰਕਾਰਾਂ ਨੂੰ ਵੀ ਅਗਰ ਤੁਸੀਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣਾ ਵਾ, ਤੁਸੀਂ ਵਾਤਾਵਰਨ ਦੀ ਦੁਹਾਈ ਦਿੰਦੇ ਜੋ ਤੁਹਾਡੀ ਗੱਲ ਮੰਨ ਲਈਏ, ਤੇ ਫਿਰ ਕਿਸਾਨ ਦੀ ਬਾਂਹ ਤੁਹਾਨੂੰ ਫੜਨੀ ਪਊਗੀ। ਮਸ਼ੀਨਾਂ ਉਪਲਬਧ ਕਰਵਾਉਣੀਆਂ ਪੈਣਗੀਆਂ। ਜੇ ਤੁਸੀਂ ਕਿਤੇ ਆ ਗੱਠਾਂ ਵਾਲੀਆਂ ਮਸ਼ੀਨਾਂ ਉਪਲਬਧ ਕਰਵਾ ਕੇ ਪਿੰਡਾਂ ਦੇ ਵਿੱਚ ਪੈਦਾ ਕਰ ਦਿਓ, ਦੇ ਦਿਓ ਵੀ ਕਿਸਾਨੋ ਤੁਸੀਂ ਝੋਨਾ ਕਟਾਈ ਕਰ ਲਓ, ਤੇ ਅਸੀਂ ਪਰਾਲੀ ਨੂੰ ਸਾਂਭ ਸੰਭਾਲ ਕੇ ਗੱਠਾਂ ਉਹਦੇ ਵਾਸਤੇ ਗੱਤੇ ਵਾਲੀਆਂ ਫੈਕਟਰੀਆਂ ਦੇ ਵਿੱਚ ਚਲੀ ਜੂਗੀ, ਪਰਾਲੀ ਬਿਜਲੀ ਵਾਸਤੇ ਚਲੀ ਗਈ, ਜਿੱਥੇ ਮਰਜ਼ੀ ਲੈ ਜਾਓ। ਕਿਸਾਨ ਦਾ ਖੇਤ ਵੇਲਾ ਹੋਣਾ ਚਾਹੀਦਾ ਤੇ ਕਦੀ ਵੀ ਅੱਗ ਨਹੀਂ ਲੱਗੂਗੀ। ਅਗਰ ਜੇ ਤੁਸੀਂ ਸਰਕਾਰਾਂ ਨੇ ਬਾਂਹ ਨਾ ਫੜੀ ਕਿਸਾਨ ਦੀ, ਜਾਂ ਮਸ਼ੀਨਾਂ ਉਪਲਬਧ ਨਾ ਕਰਵਾਈਆਂ, ਜੋ ਪਿਛਲੇ ਸਮੇਂ ਦੇ ਵਿੱਚ ਗ੍ਰੀਨ ਟ੍ਰਿਬਿਊਨਲ ਨੇ ਹਦਾਇਤਾਂ ਵੀ ਕੀਤੀਆਂ ਸੀਗੀਆਂ ਕਿ 5 ਏਕੜ ਤੱਕ ਮੁਫਤ ਜਿਹੜੇ ਆ ਉਹ ਖੇਤੀ ਸੰਦ ਦੇ ਦਿਓ, ਤੇ ਜੇ ਇਹਨਾਂ ਵੱਲ ਨਾ ਧਿਆਨ ਦਿੱਤਾ ਤੇ ਪਰਾਲੀ ਨੂੰ ਅੱਗ ਲਾਉਣੋਂ ਕੋਈ ਵੀ ਸਰਕਾਰ ਜਿਹੜੀ ਆ ਉਹ ਰੋਕ ਨਹੀਂ ਸਕਦੀ। ਭਾਵੇਂ ਕਰੋੜ ਦੀ 5 ਕਰੋੜ ਜੁਰਮਾਨਾ ਰੱਖ ਦਿਓ, ਕਿਸਾਨ ਮਰ ਜਾਊਗਾ। ਉਹ ਨਹੀਂ, ਜੁਰਮਾਨਾ ਨਹੀਂ ਭਰੂਗਾ ਤੇ ਕਿਸਾਨ ਪਰਾਲੀ ਨੂੰ ਮਜਬੂਰੀ 'ਚ ਅੱਗ ਲਾਊਗਾ। ਤੇ ਭਾਈ ਦੱਸੋ ਕਿ ਕਿੰਨਾ ਖਰਚ ਵੱਧ ਆਉਂਦਾ ਜੇ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ? ਪ੍ਰਤੀ ਏਕੜ ਕਿੰਨਾ ਖਰਚ ਵੱਧ ਆਉਂਦਾ ਅਗਲੀ ਫਸਲ ਬੀਜਣ ਲਈ? ਵੇਖੋ ਜੀ, ਜਦੋਂ ਅਗਲੀ ਆਪਣਾ ਫਸਲ ਬੀਜਣ ਵਾਸਤੇ ਅਸੀਂ ਪਰਾਲੀ ਨੂੰ ਵਿੱਚ ਗਲਾਉਣ ਵਾਸਤੇ ਵੱਡੇ ਸੰਦਾਂ ਦੀ ਮਸ਼ੀਨਰੀ ਦੀ ਵਰਤੋਂ ਕਰਨੀ, ਚਾਹੇ ਕਿਰਾਏ ਦੇ ਰੂਪ 'ਚ ਕਰਵਾਈਏ ਜਾਂ ਕਿਸ ਤਰ੍ਹਾਂ ਵੀ ਕਰਵਾਈਏ, ਸਾਡਾ ਘੱਟੋ ਘੱਟ 7,000 ਰੁਪਈਆ ਜਿਹੜਾ ਵਾ ਇੱਕ ਪਰ ਏਕੜ ਦੇ ਉੱਤੇ ਖਰਚ ਆਉਣਾ। ਅਸੀਂ ਇਹਨੇ ਸਰਕਾਰ ਨੂੰ ਆਨੇ ਜੇ ਤੁਸੀਂ ਆਪ ਨਹੀਂ ਕਰਾਉਣਾ ਤੇ ਸਾਨੂੰ 7,000 ਰੁਪਈਆ ਦੇ ਦਿਓ ਜਾਂ ਪਰਾਲੀ ਲੈ ਜਾਓ। 7,000 ਰੁਪਈਆ ਦਿਓਗੇ ਤੇ ਕਿਸਾਨ ਜਿਹੜਾ ਔਖਾ ਸੌਖਾ ਫਿਰ ਪਰਾਲੀ ਨੂੰ ਸੰਭਾਲ ਲੂਗਾ, ਬਸ਼ਰਤੇ ਨਹੀਂ ਤੇ ਨਹੀਂ ਸੰਭਾਲੀ ਜਾਊਗੀ। ਇਸ ਕਰਕੇ ਬਹੁਤ ਵੱਡਾ ਡੀਜ਼ਲ ਬਹੁਤ ਮਹਿੰਗਾ। ਅੱਜ ਡੀਜ਼ਲ ਜਿਹੜਾ ਵਾ 95-96 ਰੁਪਈਏ ਡੀਜ਼ਲ ਹੋ ਗਿਆ, 100 ਤੇ 5.5-6 ਰੁਪਈਏ ਪੈਟਰੋਲ ਹੋ ਗਿਆ। ਕਿਸਾਨ ਕਿੱਥੋਂ ਦੱਸੋ ਜਿਹੜਾ ਵਾ ਇੰਨੇ ਖਰਚੇ ਜਿਹੜਾ ਚੁੱਕ ਲੂਗਾ, ਜਿਹੜਾ ਅਨਾਜ ਪੈਦਾ ਕਰਕੇ ਦੇਸ਼ ਦਾ ਢਿੱਡ ਭਰ ਰਿਹਾ ਵਾ। ਇਸ ਕਰਕੇ ਬਿਲਕੁਲ ਸਰਕਾਰਾਂ ਇਸ ਵੇਲੇ ਧਿਆਨ ਨਹੀਂ ਦਿੰਦੀਆਂ। ਸਿਰਫ ਇੱਕ ਡੰਡਾ ਜਿਹੜਾ ਇਹਨਾਂ ਰੱਖਿਆ ਵੀ ਡੰਡੇ ਦੇ ਜ਼ੋਰ ਦੇ ਨਾਲ ਜਾਂ ਪੁਲਿਸ ਦੇ ਜ਼ੋਰ ਦੇ ਨਾਲ ਪਰਚੇ ਕਰਕੇ ਕਿਸਾਨ ਨੂੰ ਡੱਕ ਲੈਣਗੇ, ਐਵੇਂ ਨਹੀਂ ਡੱਕਿਆ ਜਾਊਗਾ। ਮੇਰੀ ਫੇਰ ਅਪੀਲ ਹੈ ਸਰਕਾਰਾਂ ਨੂੰ। ਅਗਲੀ ਫਸਲ ਜਦੋਂ ਤੁਸੀਂ ਬੀਜਦੇ ਹੋ ਉਹਦੇ ਪਰਾਲੀ ਨਹੀਂ ਅੱਗ ਲਾਉਂਦੇ, ਕੀ ਨੁਕਸਾਨ ਤੇ ਕੀ ਫਾਇਦੇ ਹੁੰਦੇ ਅਗਲੀ ਫਸਲ ਦੇ? ਜੇ ਉਹ ਪਰਾਲੀ ਨੂੰ ਅਗਲੀ ਫਸਲ ਸੰਭਾਲਣ ਲਈ ਸਾਡੇ ਕੋਲ ਚੰਗੀਆਂ ਮਸ਼ੀਨਾਂ ਉਪਲਬਧ ਨਹੀਂ ਹੋਣਗੀਆਂ, ਉਹ ਚੰਗੀ ਤਰ੍ਹਾਂ ਪਰਾਲੀ ਜਿਹੜੀ ਖੇਤ 'ਚ ਨਹੀਂ ਗਲੂਗੀ, ਤੇ ਅਗਲੀ ਫਸਲ ਵੇਲੇ ਜਿਹੜਾ ਵਾ ਇਹਦੇ ਉੱਤੇ ਸੁੰਡੀ ਦਾ ਹਮਲਾ ਵੀ ਹੁੰਦਾ ਵਾ, ਹੋਰ ਬਹੁਤ ਸਾਰੇ ਜਿਹੜੇ ਨੁਕਸਾਨ ਹੁੰਦੇ। ਪੈਲੀ ਤਿਆਰ ਹੀ ਨਹੀਂ ਸਾਡੇ ਕੋਲ ਛੋਟੇ ਸੰਦਾਂ ਨਾਲ ਹੁੰਦੀ। ਪਰਾਲੀ ਜਿਹੜੀ ਆ ਉਹ ਨਾ ਤਵੀਆਂ ਨੂੰ ਲੱਗਣ ਦਿੰਦੀ, ਨਾ ਹੋਰ। ਪਿਛਲੇ ਸਮੇਂ ਆ ਬੜੀਆਂ ਸਰਕਾਰ ਨੇ ਟਾਰਾਂ ਮਾਰੀਆਂ ਕਿ ਆਹ ਸੰਦ ਲੈ ਲਓ, ਆਹ ਸੰਦ ਲੈ ਲਓ, ਪਰਾਲੀ ਨੂੰ ਵਿੱਚ ਗਾ ਦੇਣਗੇ। ਆ ਚੌਪਰ ਦੀ ਗੱਲ ਲੈ ਲਓ। ਮੈਂ ਸਰਕਾਰਾਂ ਨੂੰ ਦਾਅਵੇ ਨਾਲ ਕਹਿੰਦਾ ਵੀ ਲਿਆਓ ਚੌਪਰ ਨਾਲ ਲਿਆ ਕੇ ਤੁਸੀਂ ਪਰਾਲੀ ਜਿਹੜੀ ਆ ਵਿੱਚ ਕਟਾਈ ਕਰਕੇ ਦੇ ਦਿਓ। ਉਹਦੇ ਉੱਤੇ ਨਾ ਸਾਡੀ ਹੈਰੋਂ ਲੱਗੂਗੀ, ਨਾ ਹੱਲਾਂ ਲੱਗਣਗੀਆਂ। ਉਹ ਖੇਤ ਤਿਆਰ ਹੀ ਨਹੀਂ ਹੁੰਦਾ। ਕਿਸਾਨਾਂ ਵਾਸਤੇ ਦੂਜੀ ਮੁਸ਼ਕਿਲ ਖੜੀ ਹੋ ਜਾਂਦੀ ਹੈ। ਇਸ ਕਰਕੇ ਮਸ਼ੀਨਾਂ ਦੇ ਬਣਾਉਣ ਵਾਸਤੇ ਕੰਪਨੀਆਂ ਨੂੰ ਜਿਹੜਾ ਵਾ ਉਹ ਕਿਸਾਨਾਂ ਕੋਲੋਂ ਜਿਹੜਾ ਵਾ ਵੱਡੀ ਪੱਧਰ ਤੇ ਸਰਮਾਇਆ ਲੁਟਾ ਦਿੱਤਾ। ਪੈਸੇ ਕੰਪਨੀਆਂ ਦੇ ਜੇਬਾਂ ਚਲ ਗਏ। ਉਹਨਾਂ ਸੰਦ ਲੋਹਾ ਜਿਹੜਾ ਵਾ ਉਹ ਖਰੀਦ ਕੇ ਆਪਣੇ ਘਰ ਰੱਖ ਲਿਆ, ਪਰ ਉਹਨਾਂ ਦਾ ਸਾਨੂੰ ਫਾਇਦਾ ਨਹੀਂ ਹੋ ਰਿਹਾ। ਸਭ ਤੋਂ ਬਿਹਤਰ ਫਾਇਦਾ ਜਿਹੜਾ ਵਾ ਨਾ SMS ਦਾ ਫਾਇਦਾ ਵਾ, ਉਹ ਵੀ ਜਿਹੜਾ ਵਾ ਤਿਆਰ ਕਰਨੀ ਵੱਡੀ ਮੁਸ਼ਕਿਲ ਹੁੰਦੀ ਹੈ। ਸਭ ਤੋਂ ਫਾਇਦਾ ਗੱਠਾਂ ਵਾਲੀ ਜ਼ਮੀਨ ਦਾ ਆਪਣਾ ਮਸ਼ੀਨ ਦਾ ਵਾ, ਜਿਹੜੀ ਗੱਠਾਂ ਬੰਨ੍ਹ ਕੇ ਤੇ ਖੇਤ ਨੂੰ ਸਾਫ਼ ਕਰ ਦਿੰਦੀ ਆ। ਜੇ ਉਹ ਮਸ਼ੀਨਾਂ 'ਤੇ ਸਰਕਾਰ ਧਿਆਨ ਦੇਵੇ ਤੇ ਉਹ ਕੰਪਨੀਆਂ ਨੂੰ ਜਿਹੜਾ ਵਾ ਪਾਸੇ ਕਰੇ, ਸਬਸਿਡੀਆਂ 'ਤੇ ਸਾਡੀਆਂ ਕੰਪਨੀਆਂ ਖਾ ਜਾਂਦੀਆਂ, ਤੇ ਉਹ ਗੱਠਾਂ ਵਾਲੀ ਮਸ਼ੀਨ ਸਭ ਤੋਂ ਵਧੀਆ ਹੱਲ ਆ ਜਿਹੜਾ ਵਾ ਪੈਲੀ ਨੂੰ ਸਾਫ਼ ਕਰਦੀਆਂ। ਦੂਜੇ ਬੰਨੇ ਜੇ ਗੱਲ ਕਰੀਏ ਵੀ ਕਿਸਾਨ ਨੂੰ ਪਰਾਲੀ ਨਾ ਸਾੜਨ ਦੇ ਫਾਇਦਾ ਕੀ ਹੁੰਦੇ ਆ, ਪਰਾਲੀ ਨਾ ਸਾੜਨ ਦੇ ਨਾਲ ਸਾਡੀ ਜਿਹੜੀ ਜ਼ਮੀਨ ਆ, ਸਾਡੀ ਜਿਹੜੀ ਧਰਤੀ ਆ, ਉਹਦਾ ਬਹੁਤ ਜ਼ਿਆਦਾ ਸਿਹਤ ਸੁਧਾਰ ਹੁੰਦਾ। ਜਿਵੇਂ ਖਾਦਾਂ ਪਾ ਕੇ ਅਸੀਂ ਉਹਦੀ ਸਿਹਤ ਦਾ ਨੁਕਸਾਨ ਕਰ ਲਿਆ ਵਾ।
ਅੱਗ ਲਾਉਣ ਦੇ ਨਾਲ ਉਹ ਧਰਤੀ ਦੀ ਸਿਹਤ ਦੀ ਜਿਹੜੀ ਆ ਬਹੁਤ ਹਾਲਤ ਮਾੜੀ ਕਰ ਲਈ ਆ। ਜਦੋਂ ਅਸੀਂ ਅੱਗ ਨਹੀਂ ਲਾਵਾਂਗੇ ਤੇ ਉਹਨੂੰ ਪਰਾਲੀ ਨੂੰ ਵਿੱਚ ਔਖੇ ਸੌਖੇ ਗਾਲਾਂਗੇ, ਉਹਨੂੰ ਸਾਂਭ ਲਾਂਗੇ ਤੇ ਇਹਦੇ ਨਾਲ ਸਾਡੀ ਧਰਤੀ ਦੀ ਸਿਹਤ ਸੁਧਰੂਗੀ, ਧਰਤੀ ਦੀ ਉਪਜਾਊ ਸ਼ਕਤੀ ਵੱਧ ਜੂਗੀ, ਸਾਡਾ ਝਾੜ ਵਧੂਗਾ, ਸਾਡੀ ਜਿਹੜੀ ਫਸਲ ਆ ਉਹ ਬਿਮਾਰੀਆਂ ਤੋਂ ਰਹਿਤ ਹੋ ਜੂਗੀ, ਸਾਨੂੰ ਰੇਹਾਂ ਸਪਰੇਆਂ ਕਰਨ ਦੀ ਜਿਹੜੀ ਬਹੁਤ ਘੱਟ ਲੋੜ ਪਊਗੀ ਤੇ ਸਾਡੀ ਫਸਲ ਜਿਹੜੀ ਵਧੀਆ ਹੋਊਗੀ, ਸਾਡੀ ਸਿਹਤ ਵਾਸਤੇ ਵੀ ਵਧੀਆ ਹੋਊਗੀ। ਤੁਸੀਂ ਵੇਖ ਸਕਦੇ ਹੋ ਜੋ ਮੈਂ ਜਿਹੜੀ ਫਸਲ ਦੇ ਵਿੱਚ ਖੜਾ ਵਾਂ, ਇਹਨੂੰ ਕੋਈ ਮੈਂ ਰੇਹ ਸਪਰੇਅ ਨਹੀਂ ਪਾਈ, ਕੋਈ ਕੀਟਨਾਸ਼ਕ ਜਿਹੜੀ ਆ ਦਵਾਈ ਦਾ ਮੈਂ ਇਸਤੇਮਾਲ ਨਹੀਂ ਕੀਤਾ, ਸਿਰਫ ਯੂਰੀਆ ਖਾਦ ਹੀ ਪਾਈ ਜਿੰਨੀ ਥੋੜੀ ਬਹੁਤ ਪਾਈ ਆ ਤੇ ਬਿਲਕੁਲੋਂ ਕਿਸੇ ਕੀਟਨਾਸ਼ਕ ਦਵਾਈ ਦਾ ਇਹਦੇ ਤੇ ਸਪਰੇਅ ਨਹੀਂ ਕੀਤਾ ਤੇ ਪੱਕ ਕੇ ਵੇਖੋ ਤਿਆਰ ਖੜੀ ਆ। ਇਹਦੇ 'ਚ ਕਿਸੇ ਵੀ ਕਿਸਮ ਦਾ ਕਿਸੇ ਕੀੜੇ ਦਾ ਹਮਲਾ ਨਹੀਂਗਾ, ਕੋਈ ਗੱਲ ਨਹੀਂ। ਅੱਗ ਦੇ ਨਾਲ ਸਾਡੀ ਜਿਹੜੀ ਆ ਫਸਲ ਦੇ ਉੱਤੇ ਧਰਤੀ ਦੇ ਵਿੱਚ ਜਿਹੜੇ ਆ ਕੀਟਨਾਸ਼ਕ ਜਿਹੜੇ ਦੁਸ਼ਮਣ ਕੀੜੇ ਆ ਉਹ ਤਾਂ ਨਹੀਂ ਮਰਦੇ ਤੇ ਮਿੱਤਰ ਕੀੜੇ ਜਿਹੜੇ ਸਾਡੇ ਬਹੁਤ ਵੱਡੀ ਪੱਧਰ ਤੇ ਮਰ ਜਾਂਦੇ ਆ, ਜਿਨ੍ਹਾਂ ਨੇ ਸਾਡੀ ਫਸਲ ਦੀ ਸਿਹਤ ਦੀ ਸੰਭਾਲ ਕਰਨੀ ਹੁੰਦੀ ਆ। ਅੱਗ ਨਹੀਂ ਲਾਵਾਂਗੇ ਤੇ ਮਿੱਤਰ ਕੀੜੇ ਵੱਧ ਜਾਣਗੇ ਤੇ ਸਾਡੇ ਜਿਹੜੇ ਦੁਸ਼ਮਣ ਉਹ ਆਟੋਮੈਟਿਕਲੀ ਮਿੱਤਰ ਕੀੜਿਆਂ ਦੇ ਰਾਹੀਂ ਹਮਲੇ ਦੇ ਰਾਹੀਂ ਉਹ ਜਿਹੜੇ ਆ ਖਤਮ ਹੋ ਜਾਣਗੇ। ਜ਼ਮੀਨ ਦੀ ਤਾਕਤ ਵੱਧ ਜੂਗੀ ਤੇ ਉਪਜਾਊ ਸ਼ਕਤੀ ਵੀ ਵੱਧ ਜੂਗੀ, ਉਹਦੇ ਨਾਲ ਸਾਡੀ ਫਸਲ ਦੀ ਸਿਹਤ ਦਾ ਜਿਹੜਾ ਵਾ ਉਹ ਸੁਧਾਰ ਹੁੰਦਾ ਤੇ ਸਾਡਾ ਜਿਹੜਾ ਹੌਲੀ ਹੌਲੀ ਜਿਹੜਾ ਵਾ ਖਰਚੇ ਵੀ ਘਟਣਗੇ ਤੇ ਸਾਨੂੰ ਇਹ ਸਮੇਂ ਦੇ ਨਾਲ ਜਿਹੜਾ ਵਾ ਇਸ ਬੰਨੇ ਆਉਣਾ ਹੀ ਪਊਗਾ ਕਿ ਅਸੀਂ ਆਰਗੈਨਿਕ ਖੇਤੀ ਕਰੀਏ, ਕੀਟਨਾਸ਼ਕ ਜ਼ਹਿਰਾਂ ਤੋਂ ਬਚੀਏ। ਤੇ ਇਸ ਕਰਕੇ ਮੇਰੀ ਇਹ ਹੈਗਾ ਵੀ ਇਹ ਦੱਸਣਾ ਵੀ ਬਣਦਾ ਵੀ ਇਹਦੇ ਨਾਲ ਅਸੀਂ ਜਿਹੜਾ ਵਾ ਅੱਗ ਲਾਉਣ ਦੇ ਨਾਲ ਕਿਸਾਨ ਨੂੰ ਜਿਹੜਾ ਫਾਇਦਾ ਤਾਂ ਬਹੁਤ ਜ਼ਿਆਦਾ ਹੁੰਦਾ ਵਾ। ਵਾਤਾਵਰਨ ਤੇ ਕਿੰਨਾ ਕੁ ਅਸਰ ਪੈਂਦਾ ਜੇਕਰ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ? ਵਾਤਾਵਰਨ ਕਿੰਨਾ ਸਾਫ਼ ਸੁਥਰਾ ਹੁੰਦਾ? ਵੇਖੋ ਜੀ, ਵਾਤਾਵਰਨ ਤੇ ਵੀ ਤਾਂ ਅਸਰ ਤਾਂ ਕੁਝ ਨਾ ਕੁਝ ਤੇ ਪੈਣਾ ਵਾ। ਇਹਦੇ ਨਾਲ ਜਿੰਨਾ ਕੁ ਪ੍ਰਦੂਸ਼ਣ ਜੇ 5-7% ਲਾਈਏ ਵੀ ਪਰਾਲੀ ਨੂੰ ਅੱਗ ਲਾਉਣ ਨਾਲ ਹੁੰਦਾ ਵਾ, ਜੇ ਉਹ ਵੀ ਨਾ ਲਾਈਏ ਤੇ ਕਾਫੀ ਸਾਡਾ ਜਿਹੜਾ ਵਾ ਵਾਤਾਵਰਨ ਦੇ ਵਿੱਚ ਇਹਦੇ ਨਾਲ ਸਾਫ਼ ਸੁਥਰਾ ਵਾਤਾਵਰਨ ਹੁੰਦਾ ਵਾ, ਚੰਗਾ ਹੁੰਦਾ ਵਾ, ਵਧੀਆ ਵਾ, ਮਾੜੀ ਗੱਲ ਨਹੀਂ। ਬਿਮਾਰੀਆਂ ਤੋਂ ਬਚੇ ਰਹਿੰਦੇ ਆ, ਚੰਗੀ ਗੱਲ ਆ, ਮਾੜੀ ਗੱਲ ਨਹੀਂ ਹੈਗੀ। ਹੋਰ ਬਾਕੀ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਵੇਖੋ ਜੀ, 2 ਸੰਦੇਸ਼ ਮੈਂ ਦੇਣੇ ਚਾਹੂੰਗਾ। ਇੱਕ ਤੇ ਕਿਸਾਨਾਂ ਨੂੰ, ਇੱਕ ਸਰਕਾਰ ਨੂੰ ਮੇਰੀ ਅਪੀਲ ਵੀ ਜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ, ਉਹ ਸੰਭਾਲਣਾ ਚਾਹੁੰਦਾ ਤੇ ਫਿਰ ਉਹਦੀ ਬਾਂਹ ਫੜੀ ਜਾਵੇ। ਤੇ ਸਰਕਾਰ ਨੂੰ ਜਿਹੜਾ ਵਾ ਅਪੀਲ ਆ ਵੀ ਕਿਸਾਨ ਜਿਹੜੇ ਪਰਾਲੀ ਨਹੀਂ ਜਿਹੜੇ ਅੱਗ ਲਾਉਂਦੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ। ਖੇਤੀਬਾੜੀ ਵਾਲੇ ਜਿਹੜੇ ਆਪਣੇ ਦਫ਼ਤਰਾਂ 'ਚ ਬੈਠੇ ਰਹਿੰਦੇ ਉਹਨਾਂ ਕਿਸਾਨਾਂ ਤੱਕ ਪਹੁੰਚ ਕਰਕੇ ਤੇ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ। ਉਹਨਾਂ ਦੀ ਜਿਹੜੀ ਆ ਬਿਨਾਂ ਕੀਟਨਾਸ਼ਕ ਤੋਂ ਜਿਹੜੀਆਂ ਫਸਲਾਂ ਪੈਦਾ ਕਰਦੇ ਉਹਨਾਂ ਦਾ ਭਾਅ ਜਿਹੜਾ ਵਾ ਉਹ ਲਾਹੇਵੰਦ ਦਵਾਇਆ ਜਾਵੇ ਤੇ ਫਿਰ ਆਪਣੇ ਆਪ ਕਿਸਾਨ ਦਾ ਮਨ ਕਰੂ ਵੀ ਜੇ ਮੇਰੀ ਦੂਜੀ 10 ਕੁਆਂਟਲ ਨਿਕਲਦੀ ਆ, ਇਹ 5 ਨਿਕਲ ਆਈ ਤੇ ਮੈਨੂੰ ਭਾਅ ਮੈਂ ਉਹਦਾ ਡਬਲ ਮਿਲ ਕੇ ਤੇ ਆਟੋਮੈਟਿਕਲੀ ਮੇਰੀ ਜਿਹੜੀ ਆ ਫਸਲ ਆ ਮੇਰੀ ਬਰਾਬਰਤਾ ਹੋ ਗਈ ਆ ਤੇ ਫਿਰ ਆਟੋਮੈਟਿਕ ਕਿਸਾਨ ਜਿਹੜਾ ਇਹ ਬਣਿਆ ਅੱਗ ਨਹੀਂ ਲਾਊਗਾ। ਉਦੋਂ ਕਿਸਾਨ ਦਾ ਵੀ ਕਿਸਾਨ ਨੂੰ ਵੀ ਫਾਇਦਾ ਵੱਧ ਹੋਊਗਾ ਤੇ ਸਰਕਾਰਾਂ ਨੂੰ ਵੀ ਜਿਹੜਾ ਵਾ ਉਹ ਫਾਇਦਾ ਹੋ ਜਾਊਗਾ। ਨਾ ਜ਼ੋਰ ਲਾਉਣਾ ਪਊ, ਨਾ ਪਰਚੇ ਕਰਨੇ ਪੈਣਗੇ, ਨਾ ਇੰਨਾ ਕਰਨਾ ਪਊ। ਸਾਰੇ ਬੰਨੇ ਕਿਸਾਨ ਦਾ ਤਾਂ ਫਾਇਦਾ ਹੋਊਗਾ, ਉਹਦੇ ਪਰਿਵਾਰ ਵੀ ਬਚੂਗਾ ਤੇ ਉਹਦੇ ਵਾਸਤੇ ਉਹਨੂੰ ਜਿਹੜਾ ਵਾ ਵਧੀਆ ਫਾਇਦਾ ਵਾ। ਕੀਟਨਾਸ਼ਕ ਜ਼ਹਿਰਾਂ ਦੇ ਉੱਤੇ ਖਰਚਾ ਨਹੀਂ ਕਰਨੀ ਪਊਗਾ, ਚੰਗੀ ਫਸਲ ਪੈਦਾ ਹੋਊਗੀ ਤੇ ਚੰਗੀ ਨਾਲ ਮੈਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੂੰਗਾ ਵੀ ਜਿਹੜੇ ਜ਼ਹਿਰਾਂ ਨਾਲ ਪਾਲੀ ਹੋਈ ਫਸਲ ਜਿਹੜੀ ਆ ਅਨਾਜ ਲੈ ਕੇ ਖਾਂਦੇ ਆ, ਉਹ ਇਹੋ ਜਿਹੀਆਂ ਬਿਨਾਂ ਜ਼ਹਿਰਾਂ ਤੋਂ ਜਿਹੜਾ ਵਾ ਅਨਾਜ ਖਰੀਦਣ ਨੂੰ ਜਿਹੜਾ ਤਰਜੀਹ ਦੇਣ, ਚਾਹੇ ਉਹਦੀ ਕੀਮਤ ਵੱਧ ਖਰਚਣੀ ਪਵੇ ਤਾਂ ਕਿ ਉਹਨਾਂ ਦੇ ਪਰਿਵਾਰ ਵੀ ਜਿਹੜੇ ਆ ਜ਼ਹਿਰਾਂ ਤੋਂ ਬਚੇ ਰਹਿਣ। ਅਸੀਂ ਕਰਦੇ ਵਿੱਚ ਜਦੋਂ ਸਾਡੀ ਮਸ਼ੀਨ ਹੈ ਸਾਡੇ ਕੋਲੇ ਆ ਤੂੜੀ ਵਾਲੀ, ਜਦੋਂ ਸਾਡੀ ਫਸਲ ਕੱਟੀ ਜਾਂਦੀ ਆ ਉਹਨੂੰ ਅਸੀਂ ਕਟਰ ਫੇਰ ਕੇ ਤੇ ਉਹਦੇ ਨਾਲ ਇਹ ਤੂੜੀ ਬਣਾ ਦਿੰਦੇ ਆ। ਜਿੰਨੀ ਸਾਨੂੰ ਤੂੜੀ ਚਾਹੀਦੀ ਉਹਨੇ ਤੂੜੀ ਬਣਾ ਲੈਂਦੇ ਆ, ਵਾਧੀ ਜਿਹੜੀ ਆ ਉਹ ਅਸੀਂ ਵਿੱਚ ਡਾ ਦਿੰਦੇ ਆ, ਪਰ ਸਾਡਾ ਖਰਚਾ ਬਹੁਤ ਆਉਂਦਾ। ਉਹੀ ਗੱਲ ਆ ਵੀ ਸਾਡੀ ਸਰਕਾਰ ਬਾਂਹ ਨਹੀਂ ਫੜਦੀ। ਜੇ ਉਹ ਸਰਕਾਰ ਸਾਡੀ ਥੋੜ੍ਹੀ ਜਿਹੀ ਬਾਂਹ ਫੜੇ, ਸਾਨੂੰ ਉਹਦਾ ਕੋਈ ਜਿਸ ਤਰ੍ਹਾਂ ਪਿਛਲੇ ਕੈਪਟਨ ਸਰਕਾਰ ਨੇ 6000 ਰੁਪਈਆ ਦੇਣ ਦੀ ਮੰਗ ਅਸੀਂ ਕੀਤੀ ਸੀ ਤੇ ਉਹਨਾਂ ਨੇ 6000 ਕਿਹਾ ਤਾਂ ਅਸੀਂ ਦੇਵਾਂਗੇ। ਉਹ ਕਿਸੇ ਨੂੰ 6000 ਨਹੀਂ ਮਿਲਿਆ, ਜਿਹਨੇ ਅੱਗ ਲਾਈ ਉਹਨੂੰ ਵੀ ਨਹੀਂ ਮਿਲਿਆ ਤੇ ਅੱਗ ਲਾਉਣ ਵਾਲਾ ਕਈਆਂ ਨੂੰ ਮਿਲ ਗਿਆ। ਅਸੀਂ ਇਹ ਗੱਲ ਕਹਾਂਗੇ ਕਈਆਂ ਨੂੰ ਅੱਗ ਲਾਉਣ ਵਾਲਿਆਂ ਨੂੰ ਮਿਲ ਗਿਆ, ਜਿਸ ਤਰ੍ਹਾਂ ਪਹਿਲਾਂ ਕਹਿ ਕੇ ਵੀ ਵੱਡੇ ਲੋਕਾਂ ਦੇ ਜਿਨ੍ਹਾਂ ਦੀ ਕੋਈ ਮੰਤਰੀ ਸ਼ੰਤਰੀ ਨਾਲ ਸਹਿ ਆ, ਤੇ ਜਿਹੜੇ ਵਿਚਾਰੇ ਸਾਡੇ ਅੱਗੇ ਅੱਗ ਨਹੀਂ ਲਾਉਂਦੇ ਉਹਨਾਂ ਨੂੰ ਕੱਖ ਨਹੀਂ ਮਿਲਿਆ। ਇਸ ਕਰਕੇ ਸਾਡੀ ਇਹ ਬੇਨਤੀ ਆ ਵੀ ਸਾਰਾ ਕੁਝ ਸਹੀ ਹੋ ਸਕਦਾ ਵਾ ਜੇ ਸਰਕਾਰਾਂ ਚਾਹੁਣ ਤੇ ਸਾਰਾ ਕੁਝ ਹੋ ਸਕਦਾ ਵਾ। ਵੀ ਜਿਸ ਤਰ੍ਹਾਂ ਹੁਣ ਸਾਡੀ ਝੋਨੇ ਦੀ ਬਿਜਾਈ ਆ ਉਹਨੂੰ 1 ਜੂਨ ਤੋਂ ਕਰ ਦੇਣਾ, 1 ਜੂਨ ਤੋਂ ਕਰਕੇ ਸਾਨੂੰ 10 ਦਿਨ ਜਿਹੜਾ ਸਾਡਾ ਝੋਨਾ ਪਹਿਲਾਂ ਵੱਢਿਆ ਜਾਊਗਾ। ਸਾਨੂੰ ਐਪੀਸੀਡਰ ਜਿਹੜੇ ਆ ਇਹ ਜਿਹੜੇ ਆ ਸਾਨੂੰ ਦਿੰਦੇ ਆ ਸਬਸਿਡੀਆਂ ਤੇ ਸਬਸਿਡੀ ਸਾਡੀ ਪਹਿਲਾਂ ਹੀ ਉਹ ਮੁੱਲ ਦੇ ਵਿੱਚ ਲਾਉਂਦੇ, ਜਿਹੜੀ 35000 ਦੀ ਚੀਜ਼ ਉਹ 75000 ਦੀ ਸਾਨੂੰ ਮਿਲਦੀ ਆ। ਇਸ ਕਰਕੇ ਸਾਡੀ ਬੇਨਤੀ ਆ ਵੀ ਸਾਨੂੰ ਸਬਸਿਡੀ ਦੇ ਥਾਂ ਸਾਨੂੰ ਉਹ ਸੰਦ ਜਿਹੜਾ ਸਸਤਾ ਦਿੱਤਾ ਜਾਵੇ ਤੇ ਜਿਹੜੇ ਸਾਡੇ ਮੁੜ ਕੇ ਐਪੀਸੀਡਰ ਹੋਣਗੇ ਉਹਨਾਂ ਦੇ ਨਾਲ ਇਹ 10 ਦਿਨ ਪਹਿਲਾਂ ਉਹਨੂੰ ਕੁਤਰ ਕੇ ਤੇ ਸਾਨੂੰ ਥੋੜ੍ਹੀ ਜਿਹੀ ਬੱਤੀ ਦਿੱਤੀ ਜਾਵੇ ਵੀ ਜਿਹੜੀ 10 ਦਿਨ ਬੱਤੀ ਸਾਨੂੰ 12 ਘੰਟੇ ਘੱਟ ਤੋਂ ਘੱਟ ਦਿੱਤੀ ਜਾਵੇ, ਜਿਹੜਾ ਕਿ ਉਹ ਪਰਾਲੀ ਵਿੱਚ ਗਲ ਸਕੇ ਤੇ ਸਾਨੂੰ ਕੋਈ ਦਿੱਕਤ ਨਾ ਆਵੇ। ਜਿਸ ਤਰ੍ਹਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਇਹਦੇ ਵਿੱਚ
ਜਦੋਂ ਅਸੀਂ ਪਰਾਲੀ ਹੈਪੀ ਸੀਡਰ ਨਾਲ ਬੀਜਦੇ ਆ ਕਣਕ, ਉਹਦੇ ਵਿੱਚ ਥੱਲੇ ਸੁੰਡੀ ਪੈਦਾ ਹੁੰਦੀ ਆ। ਉਹ ਫਿਰ ਸੁੰਡੀ ਜਿਹੜੀ ਸਾਡਾ ਜ਼ਿਆਦਾ ਨੁਕਸਾਨ ਕਰਦੀ ਆ ਵੀ ਜਿਹੜਾ ਸਾਨੂੰ ਦੁਬਾਰੇ ਫੇਰ ਕਣਕ ਬੀਜਣੀ ਪੈਂਦੀ ਆ। ਇਸ ਕਰਕੇ ਸਾਡੀ ਬੇਨਤੀ ਆ ਵੀ ਸਰਕਾਰਾਂ ਸਾਡੇ ਵੱਲ ਧਿਆਨ ਦੇ ਦੇਣ ਤੇ ਸਭ ਕੁਝ ਸਹੀ ਹੋ ਜਾਊਗਾ ਜੀ। ਸੋ ਆਸ ਕੀਤੀ ਜਾ ਸਕਦੀ ਹੈ ਕਿ ਇਸ ਮਾਮਲੇ 'ਚ ਜਾਗਰੂਕਤਾ ਫੈਲਾਉਣ ਦੇ ਨਾਲ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣਗੀਆਂ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।